ਹੁਣ ਅੱਗੇ ਘਬਰਾਈ ਅਤੇ ਡਰੀ ਹੋਈ ਸ਼ਿਖਾ ਜਿਵੇਂ ਤਿਵੇਂ ਕਮਰੇ ਚੋਂ ਬਾਹਰ ਨਿਕਲੀ। ਪੂਰੇ ਘਰ ਵਿੱਚ ਬਸ ਉਹਦੀਆਂ ਚੀਕਾਂ ਗੂੰਜ ਰਹੀਆਂ ਸਨ। ਬਚਾਓ ਬਚਾਓ। ਸ਼ਿਖਾ ਕੁਝ ਨੂੰ ਬਚਾਉਣ ਲਈ ਬਸ ਭੱਜਦੀ ਜਾ ਰਹੀ ਸੀ। ਪ੍ਰਣਵ ਦਾ ਭੂਤ ਇੱਕ ਕਾਲਾ ਸਾਇਆ ਬਣ ਕੇ ਸ਼ਿਖਾ ਦਾ ਪਿੱਛਾ ਕਰ ਰਿਹਾ ਸੀ। ਘਰ ਵਿੱਚ ਇੰਨਾ ਸ਼ੋਰ ਸੁਣ ਕੇ ਸੁਨੀਤਾ ਰਸੋਈ ਘਰ ਚੋਂ ਬਾਹਰ ਆ ਗਈ। ਸ਼ਿਖਾ ਨੂੰ ਇੰਨੀ ਬੁਰੀ ਹਾਲਤ 'ਚ ਭੱਜਦਾ ਹੋਇਆ ਵੇਖ ਸੁਨੀਤਾ ਉਸਦੇ ਵੱਲ ਭੱਜਣ ਲੱਗੀ। ਕੀ ਹੋਇਆ ਮੈਮ ਸਾਹਿਬ? ਪਰ ਹੋਇਆ ਕੀ? ਤੁਸੀਂ ਇੰਨੇ ਤੇਜ਼ ਕਿਉਂ ਭੱਜ ਰਹੇ ਹੋ? ਸੁਨੀਤਾ ਦੇ ਪੁੱਛਣ ਤੇ ਸ਼ਿਖਾ ਨੇ ਉਹਨੂੰ ਪ੍ਰਣਵ ਦੇ ਬਾਰੇ ਦੱਸਿਆ, ਜਿਸ ਤੋਂ ਬਾਅਦ ਉਹਨੇ ਕਿਹਾ, ਕੀ ਤੂੰ ਹਿਮਾਨੀ ਹੈ? ਇਹ ਸੁਣ ਕੇ ਸ਼ਿਖਾ ਕਾਫੀ ਹੈਰਾਨ ਹੋਈ। ਇਹ ਗੱਲ ਸੁਨੀਤਾ ਅਤੇ ਉਸ ਬੰਗਲੇ ਦੇ ਨੇੜੇ ਤੇੜੇ ਦੇ ਹਰ ਬੰਦੇ ਨੂੰ ਪਤਾ ਸੀ। ਸੁਨੀਤਾ ਇਸ ਬੰਗਲੇ ਦੀ ਦੇਖ-ਰੇਖ ਆਪਣੀ ਗਰੀਬੀ ਦੇ ਕਾਰਨ ਕਰ ਰਹੀ ਸੀ। ਇੰਨੇ 'ਚ ਹੀ ਘਰ ਦੀਆਂ ਸਾਰੀਆਂ ਬੱਤੀਆਂ ਜਗਣ ਬੁਝਣ ਲੱਗੀਆਂ। ਇਹ ਵੇਖ ਕੇ ਸੁਨੀਤਾ ਨੇ ਸ਼ਿਖਾ ਨੂੰ ਉੱਥੋਂ ਭੱਜ ਜਾਣ ਦੇ ਲਈ ਕਿਹਾ। ਚਾਰੇ ਪਾਸੇ ਹਨੇਰੀ ਚੱਲ ਰਹੀ ਸੀ। ਸ਼ਿਖਾ ਜਿਵੇਂ ਹੀ ਬੂਹੇ ਵੱਲ ਭੱਜੀ, ਉਹ ਜ਼ੋਰ ਦੀ ਆਪਣੇ ਆਪ ਬੰਦ ਹੋ ਗਿਆ ਅਤੇ ਬਾਹਰ ਜਾਣ ਦਾ ਇੱਕ ਬਚਿਆ ਰਾਹ ਉਹ ਵੀ ਬੰਦ ਹੋ ਗਿਆ ਸੀ। ਸੁਨੀਤਾ ਨੇ ਜਿਵੇਂ ਹੀ ਇਹ ਸਭ ਵੇਖਿਆ, ਉਹਨੇ ਉਵੇਂ ਹੀ ਸ਼ਿਖਾ ਦੀ ਮਦਦ ਕਰਨ ਦਾ ਸੋਚਿਆ, ਪਰ ਕਿਸੇ ਰੂਹ ਨੇ ਉਹਨੂੰ ਫੜ ਲਿਆ। ਉਹ ਚਾਹ ਕੇ ਵੀ ਸ਼ਿਖਾ ਦੇ ਵੱਲ ਜਾ ਨਹੀਂ ਪਾ ਰਹੀ ਸੀ। ਇਹ ਤੁਹਾਨੂੰ ਕੀ ਹੋ ਰਿਹਾ ਹੈ? ਤੁਸੀਂ ਹਿਲ ਕਿਉਂ ਨਹੀਂ ਪਾ ਰਹੇ ਹੋ? ਉਸ ਅਦ੍ਰਿਸ਼ ਰੂਹ ਨੇ ਮੈਨੂੰ ਫੜਿਆ ਹੋਇਆ ਹੈ ਤਾਂ ਕਿ ਕੋਈ ਮਦਦ ਨਾ ਕਰ ਸਕਾਂ। ਅਤੇ ਇੰਨੇ ਵਿੱਚ ਹੀ ਸੁਨੀਤਾ ਹਵਾ ਦੇ ਵਿੱਚ ਉੱਡਣ ਲੱਗੀ। ਇਹ ਤੁਹਾਨੂੰ ਕੀ ਹੋ ਰਿਹਾ ਹੈ? ਮੇਰੀ ਫਿਕਰ ਨਾ ਕਰੋ। ਮੈਂ ਜੋ ਕਹਿ ਰਹੀ ਹਾਂ ਉਹ ਧਿਆਨ ਨਾਲ ਸੁਣੋ। ਆਪਣੀ ਜਾਨ ਬਚਾਓ ਅਤੇ ਕਿਵੇਂ ਵੀ ਕਰਕੇ ਇੱਥੋਂ ਭੱਜ ਜਾਓ। ਨਹੀਂ ਤਾਂ ਤੁਹਾਨੂੰ ਨਹੀਂ ਛੱਡੇਗਾ। ਚਲੇ ਜਾਓ ਇੱਥੋਂ। ਪਰ ਕਿਵੇਂ? ਉਦੋਂ ਹੀ ਸੁਨੀਤਾ ਹਵਾ ਵਿੱਚ ਇੱਧਰ ਉੱਧਰ ਹੋਣ ਲੱਗੀ। ਕੁਝ ਤਾਂ ਬੋਲ ਸੁਨੀਤਾ। ਮੈਂ ਕਿਵੇਂ ਖੁਦ ਨੂੰ ਇਸ ਰੂਹ ਤੋਂ ਬਚਾਵਾਂ? ਇਹ ਰੂਹ ਮੈਨੂੰ ਨਹੀਂ ਛੂ ਸਕਦੀ ਜਦੋਂ ਤੱਕ ਮੇਰੇ ਕੋਲ ਹਾਂ ਬੋਲ ਸੁਨੀਤਾ। ਮੇਰੇ ਮਰਨ ਤੋਂ ਬਾਅਦ ਮੈਨੂੰ ਧਿਆਨ ਨਾਲ ਵੇਖਣਾ। ਮਰਨ ਤੋਂ ਬਾਅਦ? ਪਰ ਤੁਹਾਨੂੰ ਤਾਂ ਇਹ ਛੂ ਵੀ ਨਹੀਂ ਸਕਦਾ ਨਾ। ਹਾਂ ਹੁਣ ਛੂ ਸਕਦਾ ਹੈ। ਸੁਨੀਤਾ ਸ਼ਿਖਾ ਹੁਣ ਬਿਲਕੁਲ ਇਕੱਲੀ ਸੀ। ਚਾਰੇ ਪਾਸੇ ਇੱਕ ਡਰਾਵਨਾ ਜਿਹਾ ਸਨਾਟਾ ਸੀ। ਡਰ ਦੇ ਮਾਰੇ ਸ਼ਿਖਾ ਦਾ ਗਲਾ ਸੁੱਕਦਾ ਜਾ ਰਿਹਾ ਸੀ। ਪਰ ਉਦੋਂ ਹੀ ਇੱਕ ਰੂਹ ਉਹਦੇ ਚਾਰੇ ਪਾਸੇ ਚੱਕਰ ਲਗਾਉਣ ਲੱਗੀ। ਸ਼ਿਖਾ ਮੇਰੀ ਜਾਨ, ਹੁਣ ਤੇਰਾ ਕੀ ਹੋਊਗਾ? ਵੇਖੋ ਮੈਨੂੰ ਜਾਣ ਦਿਓ। ਮੈਂ ਤੁਹਾਡਾ ਕੁਝ ਵੀ ਨਹੀਂ ਵਿਗਾੜਿਆ ਹੈ। ਤੂੰ ਹੁਣ ਇੱਥੇ ਹੀ ਰਹੇਂਗੀ ਮੇਰੇ ਕੋਲ। ਸ਼ਿਖਾ ਭੂਤ ਦੇ ਬਣਾਏ ਹੋਏ ਚੱਕਰਵਿਊਹ 'ਚ ਫਸ ਚੁੱਕੀ ਸੀ। ਉਹ ਬਾਹਰ ਨਹੀਂ ਨਿਕਲ ਪਾ ਰਹੀ ਸੀ। ਆਪਦਾ ਮਾਨਸਿਕ ਸੰਤੁਲਨ ਖੋ ਬੈਠੀ ਸ਼ਿਖਾ ਉੱਤੇ ਹੀ ਧਰਤੀ ਤੇ ਬੈਠ ਕੇ ਸੁਨੀਤਾ ਦੀ ਲਾਸ਼ ਦੇ ਕੋਲ ਰੋਣ ਲੱਗੀ। ਲੱਗਦਾ ਹੈ ਹੁਣ ਮੈਂ ਵੀ ਜਿੰਦਾ ਨਹੀਂ ਬਚਾਂਗੀ। ਸੁਨੀਤਾ ਤੁਸੀਂ ਮੈਨੂੰ ਵੀ ਇੱਧਰ ਇਕੱਲੇ ਮਰਨ ਦੇ ਲਈ ਛੱਡ ਗਏ। ਮੈਂ ਕਿਵੇਂ ਖੁਦ ਨੂੰ ਬਚਾਵਾਂ? ਸੁਨੀਤਾ ਹੁਣ ਤੁਸੀਂ ਮੈਨੂੰ ਦੱਸੋ। ਇੱਕ ਮਿੰਟ, ਤੁਸੀਂ ਕੁਝ ਕਹਿ ਰਹੇ ਸੀ। ਮੇਰੇ ਮਰਨ ਤੋਂ ਬਾਅਦ ਮੈਨੂੰ ਧਿਆਨ ਨਾਲ ਵੇਖਣਾ। ਮਰਨ ਤੋਂ ਬਾਅਦ ਤੁਹਾਡੀ ਲਾਸ਼ ਨੂੰ ਵੇਖਾਂ? ਤੁਸੀਂ ਐਵੇਂ ਕਿਉਂ ਕਿਹਾ? ਏਦਾਂ ਦਾ ਕੀ ਹੈ? ਸੁਨੀਤਾ ਦੀ ਗੱਲ ਯਾਦ ਆਉਂਦੇ ਹੀ ਸ਼ਿਖਾ ਉਹਨੂੰ ਗੌਰ ਨਾਲ ਵੇਖਣ ਲੱਗੀ।
ਸੁਨੀਤਾ, ਤੁਸੀਂ ਕੀ ਬੋਲਣਾ ਚਾਹ ਰਹੇ ਸੀ? ਮੈਨੂੰ ਤੇ ਕੁਝ ਵੀ ਨਜ਼ਰ ਨਹੀਂ ਆ ਰਿਹਾ ਹੈ ਅਤੇ ਨਾ ਹੀ ਕੁਝ ਸਮਝ ਆ ਰਿਹਾ ਹੈ। ਉਦੋਂ ਹੀ ਸ਼ਿਖਾ ਦੀ ਨਜ਼ਰ ਸੁਨੀਤਾ ਦੀ ਚੁੰਨੀ 'ਚ ਫਸੇ ਇੱਕ ਦੰਦ ਤੇ ਪਈ, ਜੋ ਵੇਖਣ 'ਚ ਤਾਂ ਹਾਥੀ ਦੇ ਦੰਦ ਵਰਗਾ ਲੱਗ ਰਿਹਾ ਸੀ। ਸ਼ਿਖਾ ਨੂੰ ਹੁਣ ਸਭ ਕੁਝ ਤਾਂ ਨਹੀਂ, ਪਰ ਕੁਝ ਸਮਝ ਆਉਣ ਲੱਗ ਗਿਆ ਸੀ। ਸ਼ਾਇਦ ਇਹਦੇ ਕਰਕੇ ਹੀ ਉਹ ਰੂਹ ਸੁਨੀਤਾ ਨੂੰ ਕੁਝ ਨਹੀਂ ਕਰ ਪਾ ਰਹੀ ਸੀ, ਪਰ ਉਹਨੇ ਜਦ ਮੇਰੀ ਜਾਨ ਨੂੰ ਖਤਰੇ 'ਚ ਵੇਖਿਆ ਤਾਂ ਇੱਕ ਬਚੇ ਹੋਏ ਸੁਰੱਖਿਆ ਕਵਚ ਨੂੰ ਵੀ ਮੇਰੇ ਹਵਾਲੇ ਕਰ ਦਿੱਤਾ। ਥੈਂਕ ਯੂ ਸੁਨੀਤਾ, ਮੇਰੇ ਲਈ ਇੰਨਾ ਸਭ ਕਰਨ ਦੇ ਲਈ। ਮੈਂ ਤੁਹਾਡੇ ਦਿੱਤੇ ਹੋਏ ਬਲੀਦਾਨ ਨੂੰ ਦਾਗ ਨਹੀਂ ਲੱਗਣ ਦਾਂਗੀ। ਹੁਣ ਤਾਂ ਮੈਂ ਕਿਵੇਂ ਵੀ ਕਰਕੇ ਆਪਣੀ ਜਾਨ ਬਚਾ ਕੇ ਰਹਾਂਗੀ। ਦੰਦ ਨਾਲ ਬਣੇ ਤਵੀਜ਼ ਨੂੰ ਪਾ ਕੇ ਸ਼ਿਖਾ ਨੇ ਖੁਦ ਨੂੰ ਬਚਾਉਣ ਦਾ ਫੈਸਲਾ ਲਿਆ। ਕਾਫੀ ਦੇਰ ਤੱਕ ਘਰ ਦੀ ਛਾਣਬੀਣ ਕਰਨ ਤੋਂ ਬਾਅਦ ਸ਼ਿਖਾ ਨੂੰ ਇੱਕ ਲਾਲ ਰੰਗ ਦਾ ਦਰਵਾਜ਼ਾ ਦਿਖਿਆ, ਜਿਸ ਤੇ ਜਿੰਦਾ ਲੱਗਿਆ ਹੋਇਆ ਸੀ। ਸ਼ਿਖਾ ਨੇ ਜਿੰਦਾ ਤੋੜਨਾ ਸ਼ੁਰੂ ਕੀਤਾ। ਕੁਝ ਹੀ ਦੇਰ ਦੇ ਵਿੱਚ ਜਿੰਦਾ ਟੁੱਟ ਗਿਆ, ਜਿਸ ਤੋਂ ਬਾਅਦ ਕਮਰੇ 'ਚ ਨਜ਼ਰ ਪੈਂਦੇ ਹੀ ਸ਼ਿਖਾ ਦੀ ਰੂਹ ਕੰਬ ਗਈ। ਝੂਲਦੀਆਂ ਹੋਈਆਂ ਲਾਸ਼ਾਂ ਨਾਲ ਕਮਰਾ ਭਰਿਆ ਹੋਇਆ ਸੀ। ਹੁਣ ਸਾਫ਼ ਨਜ਼ਰ ਆ ਰਿਹਾ ਸੀ ਕਿ ਇਹਨਾਂ ਸਾਰਿਆਂ ਦੀ ਬਲੀ ਦਿੱਤੀ ਗਈ ਹੈ। ਇਸ ਰਾਜ ਦਾ ਪਤਾ ਕਰਨ ਦੇ ਲਈ ਸ਼ਿਖਾ ਨੇ ਕਮਰੇ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ। ਥੋੜੀ ਕੁ ਦੇਰ 'ਚ ਸ਼ਿਖਾ ਨੂੰ ਇੱਕ ਕਾਲੇ ਜਾਦੂ ਦੀ ਕਿਤਾਬ ਮਿਲੀ, ਜਿਹਦੇ 'ਚ ਇੱਕ ਆਤਮਾ ਨੂੰ ਸਮੇਂ-ਸਮੇਂ ਤੇ ਕਿਵੇਂ ਸ਼ਕਤੀ ਮਿਲ ਸਕਦੀ ਹੈ, ਉਹਦੇ ਬਾਰੇ 'ਚ ਦੱਸਿਆ ਗਿਆ ਸੀ। ਅੱਗੇ ਹੋਰ ਪੜ੍ਹਨ ਤੋਂ ਬਾਅਦ ਸ਼ਿਖਾ ਨੇ ਆਪਣੇ ਆਪ ਨੂੰ ਕਿਹਾ, ਮਤਲਬ ਕਿ ਕਿਸੇ ਵੀ ਨਿਯਮ ਦਾ ਪਾਲਨ ਗਲਤੀ ਨਾਲ ਜਾਂ ਫਿਰ ਕੋਈ ਬਲੀ ਗਲਤ ਦਿੱਤੀ ਜਾਣ ਤੇ ਇਸ ਭੂਤ ਨੂੰ ਮਾਰਿਆ ਜਾ ਸਕਦਾ ਹੈ। ਪ੍ਰਣਵ ਦੇ ਭੂਤ ਨੂੰ ਦੇਖ ਸ਼ਿਖਾ ਘਬਰਾ ਗਈ। मेरे बारे च छानबीन चल रही है, कर ला तू फिर भी मेरा कुछ नहीं बिगाड़ सकती। ਉਹ ਭੂਤ ਉਹਦੇ ਕੋਲ ਜਾਣ ਲੱਗਿਆ। ਉਹ ਸ਼ਿਖਾ ਦੇ ਸਰੀਰ ਤੇ ਦੁਬਾਰਾ ਕਾਬੂ ਪਾਣਾ ਚਾਹੁੰਦਾ ਸੀ, ਪਰ मतलब तू इस तवीज के बारे च पता लगा लिया। ये तू चंगा नहीं किता शिखा। हुंदे तेरा मरना भी पक्का है। ਖੌਫ ਨਾਲ ਭਰੀ ਹੋਈ ਸ਼ਿਖਾ ਕਮਰੇ ਦੀ ਹੋਰ ਛਾਣਬੀਣ ਕਰਨ ਲੱਗੀ। ਲੱਖ ਕੋਸ਼ਿਸ਼ਾਂ ਤੋਂ ਬਾਅਦ ਉਹਨੂੰ ਇੱਕ ਬੰਦ ਬਕਸਾ ਮਿਲਿਆ। ਬਕਸੇ ਨੂੰ ਚੰਗੀ ਤਰ੍ਹਾਂ ਵੇਖਣ ਤੋਂ ਬਾਅਦ ਉਹਨੂੰ ਕੁਝ ਲਿਖਿਆ ਹੋਇਆ ਮਿਲਿਆ। ਇਹਦਾ ਮਤਲਬ ਤੇਰਾ ਸੁਰੱਖਿਆ ਕਵਚ ਹੀ ਇਸ ਤਾਲੇ ਦੀ ਚਾਬੀ ਹੈ। ਬਿਨਾਂ ਦੇਰੀ ਕੀਤੇ ਉਹਨੇ ਉਸ ਜਿੰਦੇ ਨੂੰ ਖੋਲ ਦਿੱਤਾ, ਜਿਸ ਦੇ ਵਿੱਚ ਇੱਕ ਚਮਕਦਾਰ ਖੰਜਰ ਸੀ, ਪਰ ਉਹਨੂੰ ਹੱਥ 'ਚ ਲੈਣ ਤੋਂ ਪਹਿਲਾਂ ਹੀ मतलब तू नहीं मनेगी। हुंदे मैं तेरा इन्ना सारियां नालों किन्ना बुरा हाल करदा हां। ਸ਼ਿਖਾ ਬਕਸੇ ਨੂੰ ਲੈ ਕੇ ਭੱਜਣ ਲੱਗੀ, ਪਰ ਭੂਤ ਨੇ ਉਹਨੂੰ ਹਵਾ 'ਚ ਉਛਾਲ ਦਿੱਤਾ, ਜਿਹਦੇ ਨਾਲ ਬਕਸਾ ਥੱਲੇ ਡਿੱਗ ਗਿਆ ਅਤੇ ਭੂਤ ਸ਼ਿਖਾ ਤੇ ਆਪਣੀਆਂ ਸ਼ਕਤੀਆਂ ਨਾਲ ਕਾਬੂ ਪਾਉਣ ਲੱਗਿਆ। ਦਰਦ ਨਾਲ ਤੜਪ ਰਹੀ ਸ਼ਿਖਾ ਚੀਕਣ ਲੱਗੀ। ਬਕਸੇ ਨੂੰ ਖੋਲਣ ਦੇ ਚੱਕਰ 'ਚ ਸ਼ਿਖਾ ਤਵੀਜ਼ ਵੀ ਉਤਾਰ ਚੁੱਕੀ ਸੀ, ਜਿਹਦੇ ਨਾਲ ਭੂਤ ਦਾ ਉਹਦੇ ਤੇ ਕਾਬੂ ਪਾਉਣਾ ਆਸਾਨ ਹੋ ਗਿਆ। ਸ਼ਿਖਾ ਜ਼ੋਰ-ਜ਼ੋਰ ਦੀ ਚੀਕ ਰਹੀ ਸੀ ਅਤੇ ਉਹ ਭੂਤ ਉਹਦੇ ਸਰੀਰ ਨੂੰ ਦਰਦ ਹੀ ਦੇਈ ਜਾ ਰਿਹਾ ਸੀ। ਦਰਦ ਇੰਨਾ ਜ਼ਿਆਦਾ ਸੀ ਕਿ ਸ਼ਿਖਾ ਬਰਦਾਸ਼ਤ ਨਾ ਕਰ ਸਕੀ ਅਤੇ ਉੱਥੇ ਹੀ ਬੇਹੋਸ਼ ਹੋ ਗਈ। ਬੇਹੋਸ਼ ਸ਼ਿਖਾ ਨੂੰ ਦੇਖ
ਪੂਤਨੀ ਉਹਨੂੰ ਧਰਤੀ ਤੇ ਸੁੱਟ ਦਿੱਤਾ ਅਤੇ ਉਹਦੀ ਬਲੀ ਦੀ ਤਿਆਰੀ ਕਰਨ ਲੱਗਿਆ। ਮੈਂ ਤੈਨੂੰ ਮਾਰ ਕੇ ਤੇਰੀ ਆਤਮਾ ਨੂੰ ਆਪਣੇ ਵਸ 'ਚ ਕਰ ਲਵਾਂਗਾ, ਫਿਰ ਤੂੰ ਮੇਰੀ ਹੋ ਜਾਏਂਗੀ। ਉੱਥੇ ਹੀ ਦੂਜੇ ਪਾਸੇ ਬੇਹੋਸ਼ੀ ਦਾ ਨਾਟਕ ਕਰਦੀ ਹੋਈ ਸ਼ਿਖਾ ਉਸ ਖੰਜਰ ਦੇ ਵੱਲ ਵਧਣ ਲੱਗੀ। ਆਪਦੇ ਸਾਹਮਣੇ ਚੱਲ ਰਹੇ ਲਾਸ਼ਾਂ ਦੇ ਤਾਂਡਵ ਨੂੰ ਵੇਖ ਸ਼ਿਖਾ ਦਾ ਹਲਕ ਸੁੱਕਿਆ ਜਾ ਰਿਹਾ ਸੀ। ਖੁਦ ਨੂੰ ਭੂਤ ਦੀਆਂ ਨਜ਼ਰਾਂ ਤੋਂ ਬਚਾਉਂਦੇ ਹੋਏ ਸ਼ਿਖਾ ਨੇ ਖੰਜਰ ਚੱਕ ਲਿਆ, ਪਰ ਭੂਤ ਦੀ ਨਜ਼ਰ ਉਸ ਤੇ ਪੈ ਗਈ ਅਤੇ ਉਹ ਸ਼ਿਖਾ ਨੂੰ ਆਪਦੇ ਵੱਲ ਖਿੱਚਣ ਲੱਗਿਆ। ਹੱਥ 'ਚ ਲੁਕੋਇਆ ਹੋਇਆ ਖੰਜਰ ਸ਼ਿਖਾ ਨੇ ਉਸ ਭੂਤ ਦੇ ਸੀਨੇ ਦੇ ਵਿੱਚ ਮਾਰ ਦਿੱਤਾ, ਪਰ ਸ਼ਿਖਾ ਨੂੰ ਕੁਝ ਵੀ ਸਮਝ ਨਹੀਂ ਆਇਆ। ਪਰਨਵ ਉਹਦੀ ਇਸ ਹਰਕਤ ਤੇ ਉਹਨੂੰ ਹੋਰ ਦਰਦ ਦੇਣ ਲੱਗਿਆ। ਉਹ ਸ਼ਿਖਾ ਦੇ ਸਰੀਰ ਤੇ ਆਪਦੇ ਤਿੱਖੇ ਨੂੰ ਚਬੋ ਰਿਹਾ ਸੀ। ਇਹ ਦਰਦ ਸ਼ਿਖਾ ਦੇ ਬਰਦਾਸ਼ਤ 'ਚ ਨਹੀਂ ਸੀ। ਹੱਥ 'ਚ ਫੜਿਆ ਖੰਜਰ ਸ਼ਿਖਾ ਦੇ ਹੱਥ 'ਚੋਂ ਤਿਲਸ ਕੇ ਜਾ ਕੇ ਬਲਦੀ ਹੋਈ ਅੱਗ 'ਚ ਡਿੱਗ ਗਿਆ। ਇਹ ਵੇਖ ਕੇ ਭੂਤ ਬਹੁਤ ਤੇਜ਼ ਚੀਕਿਆ, ਸ਼ਿਖਾ ਨਹੀਂ, ਨਹੀਂ। ਜਿਵੇਂ ਜਿਵੇਂ ਖੰਜਰ ਪਿਘਲ ਰਿਹਾ ਸੀ ਹੋਵੇ ਹੋਵੇ ਉਸ ਭੂਤ ਦਾ ਸਰੀਰ ਵੀ ਜਲ ਰਿਹਾ ਸੀ। ਭੂਤ ਪੂਰੇ ਕਮਰੇ 'ਚ ਚੀਕਾਂ ਮਾਰ ਰਿਹਾ ਸੀ ਅਤੇ ਉਹਨੂੰ ਸ਼ਾਂਤੀ ਨਹੀਂ ਮਿਲ ਰਹੀ ਸੀ। ਉਹਦੇ ਜਲ ਜਾਣ ਤੋਂ ਬਾਅਦ ਚੂਲਦੀਆਂ ਹੋਈਆਂ ਲਾਸ਼ਾਂ ਨੂੰ ਵੀ ਅੱਗ ਲੱਗ ਗਈ ਅਤੇ ਉਹ ਸਭ ਜਲ ਕੇ ਰਾਖ ਹੋ ਗਈਆਂ। ਗੱਲ ਹੁਣ ਸਾਫ਼ ਸੀ, ਉਹਦੀ ਜਾਨ ਉਸੇ ਖੰਜਰ ਦੇ ਵਿੱਚ ਸੀ। ਉਹਦੇ ਮਰਨ ਦੇ ਨਾਲ ਹੀ ਸ਼ਿਖਾ ਨੂੰ ਵੀ ਉਸ ਭੂਤ ਤੋਂ ਹੁਣ ਆਜ਼ਾਦੀ ਮਿਲ ਗਈ। ਆਪਦੇ ਸੁਪਨੇ 'ਚ ਵਿਖਣ ਵਾਲੇ ਗਲੇ ਸਰੀਰ ਦੀ ਅਸਲੀਅਤ ਇੰਨੀ ਭਿਆਨਕ ਹੋ ਗਈ ਸ਼ਿਖਾ ਨੇ ਸੋਚਿਆ ਵੀ ਨਹੀਂ ਸੀ। ਅਤੇ ਹੁਣ ਤੋਂ ਸ਼ਿਖਾ ਨੂੰ ਐਦਾਂ ਦੇ ਕਿਸੇ ਵੀ ਸੁਪਨੇ ਨਾਲ ਲੜਨਾ ਨਹੀਂ ਪਊਗਾ। ਜੇ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੋਵੇ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ ਤੇ ਸਭ ਤੋਂ ਪਹਿਲਾਂ ਸਾਡੇ ਵੀਡੀਓਜ਼ ਦੇਖਣ ਲਈ ਚੈਨਲ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ।